अंतकालाय स्वाहा धर्मंचमागता दिव्यगात्री दिव्यलोकांतो। ਲੰਗਰ ਬਾਬਾ ਜੀ ਹਾਂ 21 ਸਾਲਾਂ ਤੋਂ ਲਗਾਤਾਰ ਮਨੁੱਖਤਾ ਦੀ ਸੇਵਾ ਦੇ ਵਿੱਚ ਰੁੱਝੇ ਲੰਗਰ ਬਾਬਾ ਨਾਂ ਤੋਂ ਜਾਣੇ ਜਾਣ ਵਾਲੇ ਜਗਦੀਸ਼ ਅਹੂਜਾ ਦਾ ਸਵਰਗਵਾਸ ਹੋ ਗਿਆ ਤੇ ਪਿਛਲੇ 21 ਸਾਲਾਂ ਤੋਂ ਪੀਜੀਆਈ ਦੇ ਬਾਹਰ ਲੰਗਰ ਲਗਾ ਕੇ ਜਗਦੀਸ਼ ਅਹੂਜਾ ਬਿਨਾਂ ਕਿਸੇ ਤੋਂ ਇੱਕ ਪੈਸੇ ਦੇ ਮਦਦ ਤੋਂ ਬਿਨਾਂ ਲੰਗਰ ਲਗਾ ਰਹੇ ਸੀ ਤੇ ਹੌਲੀ-ਹੌਲੀ ਜਨਤਾ ਇਹਨਾਂ ਨੂੰ ਲੰਗਰ ਬਾਬਾ ਕਹਿਣ ਲੱਗੀ। ਜਗਦੀਸ਼ ਅਹੂਜਾ ਨੂੰ 2020 ਦੇ ਵਿੱਚ ਰਾਸ਼ਟਰਪਤੀ ਤੋਂ ਪੁਰਸਕਾਰ ਵੀ ਮਿਲਿਆ ਸੀ ਤੇ ਪੀਜੀਆਈ ਦੇ ਬਾਹਰ ਲਗਾਤਾਰ ਦੇਖਿਆ ਜਾਂਦਾ ਸੀ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਲੋਕਾਂ ਨੂੰ ਆਪ ਲੰਗਰ ਛਕਾਉਂਦੇ ਸਨ। ਚੰਡੀਗੜ੍ਹ ਦੇ ਵਿੱਚ ਇੱਕ ਰੇੜੀ ਵਾਲੇ ਤੋਂ ਸ਼ੁਰੂ ਹੋਏ ਲੰਗਰ ਬਾਬਾ ਦੀ ਜ਼ਿੰਦਗੀ ਦਾ ਸਫ਼ਰ ਆਸਾਨ ਨਹੀਂ ਸੀ। ਉਹ ਖੁਦ ਪੀਜੀਆਈ ਦੇ ਬਾਹਰ ਪੂਰੇ ਲੰਗਰ ਦੀ ਦੇਖ-ਰੇਖ ਕਰਦੇ ਸਨ। ਕੈਂਸਰ ਹੋਣ ਤੋਂ ਬਾਅਦ ਉਹ ਆਪ ਕਾਰ ਵਿੱਚ ਬਹਿ ਕੇ 2-3 ਹਜ਼ਾਰ ਲੋਕਾਂ ਨੂੰ ਖਾਣਾ ਖਵਾਉਂਦੇ ਹਨ। ਕਿਹਾ ਜਾਂਦਾ ਸੀ ਕਿ ਚੰਡੀਗੜ੍ਹ ਦੇ ਆਲੇ-ਦੁਆਲੇ ਤੇ ਚੰਡੀਗੜ੍ਹ ਦੇ ਵਿੱਚ ਆਪਣੇ ਸਖਤ ਸੰਘਰਸ਼ ਦੇ ਨਾਲ ਲੰਗਰ ਬਾਬਾ ਵੱਲੋਂ ਬਹੁਤ ਸਾਰੀ ਜਾਇਦਾਦ ਬਣਾਈ ਗਈ ਸੀ, ਪਰ ਲੰਗਰ ਲਈ ਉਹਨਾਂ ਨੇ ਆਪਣੀ ਕੋਠੀ ਵੀ ਵੇਚ ਦਿੱਤੀ ਸੀ। ਤੇ ਅੱਜ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ, ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਉਹਨਾਂ ਦੇ ਸਵਰਗਵਾਸ ਹੋਣ ਮਗਰ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਦੱਸ ਦਈਏ ਕਿ ਜਗਦੀਸ਼ ਅਹੂਜਾ ਪੀਜੀਆਈ ਚੰਡੀਗੜ੍ਹ ਦੇ ਸਾਹਮਣੇ ਲਗਾਤਾਰ ਲੰਗਰ ਲਗਾ ਰਹੇ ਸਨ। ਇਸ ਦੇ ਲਈ ਉਹਨਾਂ ਨੇ ਆਪਣੀਆਂ ਕਈ ਜਾਇਦਾਦਾਂ ਵੀ ਵੇਚ ਦਿੱਤੀਆਂ ਸਨ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਲੰਗਰ ਸੇਵਾ ਕਰਕੇ ਕਾਫੀ ਰਾਹਤ ਮਿਲਦੀ ਸੀ ਤੇ ਉਹਨਾਂ ਦੀ ਰੂਹ ਨੂੰ ਕਾਫੀ ਸ਼ਾਂਤੀ। ਪਟਿਆਲਾ ਵਿੱਚ ਗੁੜ ਅਤੇ ਫਲ ਵੇਚ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਸਨ 1956 ਦੇ ਵਿੱਚ ਸ਼ੁਰੂ ਕੀਤਾ ਸੀ ਤੇ ਲਗਭਗ 21 ਸਾਲ ਤੋਂ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਸੀ ਤੇ ਇੱਥੇ ਆ ਕੇ ਉਹਨਾਂ ਨੇ ਇੱਕ ਕਿਰਾਏ ਦੀ ਰੇੜੀ ਲੈ ਕੇ ਆਪਣਾ ਰੇੜੀ ਦਾ ਕੰਮ ਸ਼ੁਰੂ ਕਰਕੇ ਕੇਲੇ ਵੇਚਣ ਦਾ ਕੰਮ ਸ਼ੁਰੂ ਕੀਤਾ ਸੀ। ਤੇ ਦੱਸ ਦਈਏ ਕਿ ਕਰੋਨਾ ਦੇ ਵਿੱਚ ਵੀ ਪ੍ਰਸ਼ਾਸਨ ਦੀਆਂ ਹਿਦਾਇਤਾਂ ਕਾਰਨ ਪੀਜੀਆਈ ਦੇ ਬਾਹਰ ਲੰਗਰ ਸਿਰਫ 7 ਦਿਨ ਲਈ ਬੰਦ ਕਰਨਾ ਪਿਆ ਸੀ। ਲੰਗਰ ਬਾਬਾ ਦੀ ਇੱਛਾ ਸੀ ਕਿ ਉਹ ਚੰਡੀਗੜ੍ਹ ਦੇ ਵਿੱਚ ਲੋੜਵੰਦਾਂ ਦੇ ਲਈ ਇੱਕ ਸਰਾਹ ਬਣਾ ਸਕਣ, ਜਿਸ ਲਈ ਉਹਨਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਜ਼ਮੀਨ ਦੀ ਮੰਗ ਕੀਤੀ ਸੀ। ਲੰਗਰ ਬਾਬਾ ਵੱਲੋਂ ਪੀਜੀਆਈ ਦੇ ਵਿੱਚ ਕਿਹਾ ਜਾਂਦਾ ਹੈ ਕਿ ਸਨ 2001 ਤੋਂ ਲੰਗਰ ਲਗਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਕਿਹਾ ਜਾਂਦਾ ਹੈ ਕਿ 1947 ਦੀ ਵੰਡ ਵੇਲੇ ਲੰਗਰ ਬਾਬਾ ਯਾਨੀ ਕਿ ਜਗਦੀਸ਼ ਅਹੂਜਾ ਪੇਸ਼ਾਵਰ ਤੋਂ ਨਿਆਣੀ ਉਮਰੇ ਵਿਸਥਾਪਿਤ ਹੋ ਕੇ ਪੰਜਾਬ ਦੇ ਮਾਨਸਾ ਸ਼ਹਿਰ ਆ ਗਏ ਸੀ। ਉਸ ਵੇਲੇ ਉਹਨਾਂ ਦੀ ਉਮਰ 12 ਸਾਲ ਦੀ ਕਰੀਬ ਸੀ। ਕਿਹਾ ਇਹ ਵੀ ਜਾਂਦਾ ਹੈ ਕਿ ਉਹਨਾਂ ਨੇ ਆਪਣੀ ਨਿਆਣੀ ਉਮਰ ਤੋਂ ਹੀ ਜ਼ਿੰਦਗੀ ਦੇ ਵਿੱਚ ਸੰਘਰਸ਼ ਸ਼ੁਰੂ ਕਰ ਦਿੱਤਾ ਸੀ ਤੇ ਉਹਨਾਂ ਦਾ ਪਰਿਵਾਰ 1947 ਦੇ ਵੇਲੇ ਵੰਡ ਦੇ ਦੌਰਾਨ ਗੁਜ਼ਰ ਗਿਆ ਸੀ। ਤੇ ਕਿਹਾ ਇਹ ਵੀ ਜਾਂਦਾ ਹੈ ਕਿ ਉਹਨਾਂ ਨੇ ਆਪਣੀ ਔਖੀ ਕੜੀ ਵੇਲੇ ਰੇਲਵੇ ਸਟੇਸ਼ਨ ਤੇ ਰਹਿ ਕੇ ਵੀ ਆਪਣੀ ਜ਼ਿੰਦਗੀ ਗੁਜ਼ਾਰੀ ਸੀ ਤੇ ਕਈ ਫੇਰੀ ਉਹਨਾਂ ਨੂੰ ਭੁੱਖੇ ਪੇਟ ਸੌਣਾ ਪਿਆ ਸੀ। ਤੇ ਕਿਹਾ ਇਹ ਜਾਂਦਾ ਹੈ ਕਿ ਜਗਦੀਸ਼ ਅਹੂਜਾ ਜੋ ਕਿ ਲੰਗਰ ਬਾਬਾ ਦੇ ਨਾਂ ਤੋਂ ਮਸ਼ਹੂਰ ਹੋ ਗਏ ਸੀ, ਉਹਨਾਂ ਦੀ ਦਾਦੀ ਤੋਂ ਜਿਨ੍ਹਾਂ ਦਾ ਨਾਂ ਗੁਲਾਬੀ ਸੀ, ਉਹ ਵੀ ਪਾਕਿਸਤਾਨ ਦੇ ਪੇਸ਼ਾਵਰ ਦੇ ਵਿੱਚ ਲੰਗਰ ਲਗਾਇਆ ਕਰਦੀ ਸੀ ਤੇ ਉਤੋਂ ਹੀ ਸਿੱਖ ਲੈ ਕੇ ਉਹਨਾਂ ਨੇ ਲੰਗਰ ਲਗਾਉਣਾ ਸ਼ੁਰੂ ਕੀਤਾ ਸੀ। ਤੇ ਪੀਜੀਆਈ ਚੰਡੀਗੜ੍ਹ ਦੇ ਬਾਹਰ ਲੰਗਰ ਲਗਾਉਣ ਵਾਲੇ ਪਦਮ ਸ਼੍ਰੀ ਜਗਦੀਸ਼ ਅਹੂਜਾ ਜਾਨੀ ਕਿ ਲੰਗਰ ਬਾਬਾ ਦਾ ਸੋਮਵਾਰ ਨੂੰ ਸਵਰਗਵਾਸ ਹੋ ਗਿਆ। ਦੁਪਹਿਰੇ 3 ਵਜੇ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਲੰਗਰ ਬਾਬਾ ਦੇ ਨਾਂ ਤੇ ਮਸ਼ਹੂਰ ਜਗਦੀਸ਼ ਅਹੂਜਾ ਪੀਜੀਆਈ ਦੇ ਨਾਲ GMSH 16 ਤੇ GMCH 32 ਦੇ ਸਾਹਮਣੇ ਵੀ ਲੰਗਰ ਲਗਾ ਕੇ ਲੋਕਾਂ ਦਾ ਪੇਟ ਭਰਦੇ ਸੀ ਤੇ ਇਸੇ ਲਈ ਉਹਨਾਂ ਨੂੰ ਰਾਸ਼ਟਰਪਤੀ ਵੱਲੋਂ ਵੀ ਪਿਛਲੇ ਸਾਲ ਪਦਮ ਸ਼੍ਰੀ ਪੁਰस्कार ਨਾਲ सम्मानित ਕੀਤਾ ਗਿਆ ਸੀ। देखिए, सबसे पहले तो मैं उनके श्री चरणों में अपनी श्रद्धांजलि देता हूँ और अहूजा जी का जाना हमारे शहर के लिए नहीं, ये समाज के लिए, मानवता के लिए बहुत बड़ी क्षति है जो कभी पूरी नहीं हो सकती। और अहूजा जी ने जिस तरह से तन मन धन से समाज की सेवा करी है, अपना सब कुछ दांव पे लगा के, अपना सब कुछ बेच के मानवता की सेवा करी है, मुझे लगता है इससे बड़ा उदाहरण वो आपको देश में या दुनिया में देखने को नहीं मिलेगा। और उनके जाने की जो क्षति है वो शहरवासियों को भी बहुत दुख है। आज आप देख रहे हैं किस तरह से जनसमूह जहाँ पे उनकी अंत्येष्टि में अभी उमड़ा हुआ है, तो इनकी जो क्षति है वो कभी पूरी नहीं हो सकती। और मानवता की सेवा के लिए वो दिन रात हर वक्त तत्पर रहते थे। और जिस तरह से उन्होंने चंडीगढ़ में या चंडीगढ़ के बाहर भी जाके अपनी सेवाएं दी हैं और पद्म श्री से उनको नवाजा गया, तो ये अपने आप में ही एक उदाहरण है कि किस तरह से वो मानवता की सेवा कर रहे थे। मैं तो उनको उनकी झोली में खेला बचपन से, गरीबों के मसीहा। आज पता नहीं कितने लोग रो रहे होंगे, कितनी जानें आज भूखी सोएंगी।
हम तो इनको भगवान मानते थे, भगवान का दर्जा इनको देते थे और सारा शहर इनको, आज सारा शहर रो रहा है। और चंडीगढ़ कांग्रेस की तरफ से तो मैं इनको बहुत बहुत श्रद्धांजलि देता हूँ और आशा करता हूँ भगवान इनको अपने चरणों में स्थान देंगे। और बहुत ही शोकाकुल आज समस्त चंडीगढ़ है और सभी आंखें आज इनके लिए नम हैं। उनकी तरह का इंसान मेरा ख्याल चंडीगढ़ में कोई नहीं मिलेगा, कोई भी नहीं मिल सकता उनकी तरह का इंसान। वो एक देवता आदमी थे, हर किसी की हेल्प करना। उन्होंने तो पता नहीं कितने ट्रकों के ट्रक तो लोगों को अपना कंबल, चप्पलें कितने साल वो देते रहे हैं, कितने ही साल। अपने आप लंगर कितने सालों से उनका चलता ही आ रहा है, 1990 से तो हम उनका लंगर चलते देख रहे हैं। जिस तरह से उन्होंने दूसरों के लिए अपना सब कुछ निछावर दूसरों के लिए कर दिया, उसके बारे में क्या कहेंगे? मैं तो कहता हूँ इस बात से हैरानी होती है, उन्होंने जो भी था कोल्ड स्टोर, उनके पास मेरा ख्याल कितनी प्रॉपर्टी थी, सब की सब उन्होंने बेच के ये लंगर पे ही लगा दी, सारी की सारी। कोल्ड स्टोर था, अपना शोरूम था 40 में, जो मेरे पास है पता है मुझे, अपने और बरवाड़े ज़मीनें बड़ी थी, सब बेच के उन्होंने सारी की सारी लंगर में लगा दी। अच्छा, परिवार का माहौल कैसा था? परिवार सारा इकट्ठा ही था जी, परिवार का माहौल कोई इतना ख़राब नहीं था। परिवार, बच्चे वगैरह सभी उसी स्वभाव के हैं? हाँ जी, हाँ जी, बेटा तो उनका उसी स्वभाव का बिल्कुल सेम। कितने बच्चे थे उनके और कितने? 2 बेटियां थी जी, एक बेटा है, आगे बेटे का एक बेटा है, उसके भी 2 बच्चे हैं। अच्छा, ये भी कहा जाता है अंतिम समय उनकी इच्छा थी कि लंगर बंद नहीं हो। हाँ जी हाँ, वो तो अभी भी लंगर चलेगा, देखना आप, वो कुछ ना कुछ उसका जुगाड़ करके गए हैं, वो लंगर चलेगा ही चलेगा। आप भी देखो यहाँ पर कि लंगर उसका जुगाड़ पूरी तरह करके गए हैं वो। हाँ जी, कौन चलाएगा कौन? ये हमें भी नहीं पता जी, उन्होंने मेरे को परसों बुला के यही बोला था कि लंगर तो चलता ही रहेगा, जैसे मर्जी चले, लंगर चलेगा ही चलेगा। कुछ ना कुछ उसके बारे में करके गए, ये बच्चों को भी नहीं पता, हमें भी नहीं पता क्या करके गए हैं, तो अभी पता चलेगा 1-2 दिन में क्या करके गए हैं लंगर के लिए। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੋਚ ਨੂੰ ਸਲਾਮ। ਉਹਨਾਂ ਕਿਹਾ ਕਿ ਇਹ ਮੌਜੂਦਾ ਸਰਕਾਰ ਆਮ ਲੋਕਾਂ ਦੀ ਸਰਕਾਰ ਹੋਵੇਗੀ। ਇਸ ਸਰਕਾਰ ਦੇ ਵਿੱਚ ਕੋਈ ਇਹ ਨਹੀਂ ਕਹੇਗਾ ਮੇਰੀ ਸਰਕਾਰ ਹੈ ਜਾਂ ਸਾਡੀ ਸਰਕਾਰ ਹੈ, ਇਹ ਸਰਕਾਰ ਪੰਜਾਬ ਦੇ ਲੋਕਾਂ ਦੀ ਹੈ। ਸੀਐਮ ਚੰਨੀ ਨੇ ਕਿਹਾ ਕਿਸੇ ਵੀ ਗਰੀਬ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਰੋਟੀ ਵਾਲੇ ਨੂੰ ਆਦਤਾਂ ਹੁੰਦੀਆਂ ਜਿਹੀਆਂ ਮਾਰ ਲੱਗ ਜਾਂਦੇ, ਮੈਂ ਕਿਹਾ ਰਹਿਣ ਦੋ ਯਾਰ ਮੇਰੇ ਨਾਲ, ਇਹਨਾਂ ਨੂੰ ਪਿਆਰ ਦੀ ਲੋੜ ਹੈ, ਸਰਕਾਰ ਦੀ ਲੋੜ ਹੈ, ਮੈਂ ਇਹਨਾਂ ਨੂੰ ਪਿਆਰ ਦੇਣਾ ਹੈ, ਸਰਕਾਰ ਦੇਣਾ। ਉਹ 24 ਘੰਟੇ ਲੋਕਾਂ ਲਈ ਹਾਜ਼ਰ ਹਨ, ਇਸ ਕਰਕੇ ਹੀ ਉਹ ਆਪਣੇ ਆਪ ਨੂੰ ਲੋਕਾਂ ਦਾ ਸੇਵਾਦਾਰ ਕਹਿੰਦੇ ਹਨ। ਪੰਜਾਬ ਸਰਕਾਰ ਤੁਹਾਡੇ ਨਾਲ, ਜੋ ਪੰਜਾਬ ਸਰਕਾਰ ਤੋਂ ਕਰਾਉਣਾ ਚਾਹੁੰਦੇ ਆ ਮੈਨੂੰ ਦੱਸੋ, ਮੈਂ ਤੁਹਾਡੇ ਵਾਸਤੇ ਹਾਜ਼ਰ ਹਾਂ। ਬੈਠ ਮੇਰਾ ਕਿਹੜੇ ਟੈਲੀਫੋਨ ਬੰਦ ਹੁੰਦਾ, ਇਹ ਹੋ ਸਕਦਾ ਕਿ ਵੀ ਕਈ ਵਾਰ ਮੈਂ ਇੱਥੇ ਲੈਕਚਰ ਕਰ ਰਿਹਾ ਉੱਥੇ ਕਾਲ ਮਿਸ ਹੋ ਜੇ, ਲੇਕਿਨ ਖੁੱਲਾ ਹੈ ਹਰ ਟਾਈਮ। ਲੋਕਾਂ ਦੀ ਸਰਕਾਰ ਹੋਵੇਗੀ, ਅਸੀਂ ਤਾਂ ਸੇਵਾਦਾਰ ਹੋਵਾਂਗੇ। ਪਿਆਰ ਮਿਲੂਗਾ ਸਭਨਾਂ ਨੂੰ, ਸਤਿਕਾਰ ਹੋਊਗਾ ਸਭਨਾਂ ਦਾ।